ਕੋਈ ਖਾਵੇ ਮਖਾਣਿਆਂ ਨੂੰ, ਕੋਈ ਤਰਸੇ ਮੁੱਠੀ ਦਾਣਿਆਂ ਨੂੰ, ਕੋਈ ਫੱਕਰ ਹਾਲ 'ਚ ਮਸਤ ਫਿਰੇ, ਕਿਤੇ ਪੀੜਾਂ ਰਾਜੇ ਰਾਣੀਆਂ ਨੂੰ। ਉਹ ਚਾਹੇ ਇੱਜ਼ਤ ਬਣਾ ਦੇਵੇ, ਕਿਤੇ ਬਣੀ ਤੇ ਘੱਟੇ ਪਾ ਦੇਵੇ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਰਾਜਾ ਚਿੱਤਰਦੇਵ ਦਾ ਰਾਜ ਮਹਿਲ ਰਾਵੀ ਨਦੀ ਦੇ ਕਿਨਾਰੇ ਤੇ ਸੀ। ਉਸ ਦੇ ਮਹਿਲ ਵਿੱਚ ਅਨੇਕਾਂ ਨੌਕਰ ਚਾਕਰ ਸੀ। ਉਹਨਾਂ ਵਿੱਚੋਂ ਇੱਕ ਗੋਬਿੰਦ ਨਾਮ ਦਾ ਨੌਕਰ ਵੀ ਸੀ। ਗੋਬਿੰਦ ਦੇ ਮਾਤਾ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਚੁੱਕੀ ਸੀ ਤੇ ਉਹ ਬਹੁਤ ਜ਼ਿਆਦਾ ਗਰੀਬ ਸੀ, ਪਰ ਉਹ ਪਰਮਾਤਮਾ ਨੂੰ ਬਹੁਤ ਮੰਨਦਾ ਸੀ ਤੇ ਉਸ ਦੀ ਕਰਨੀ ਵਿੱਚ ਵਿਸ਼ਵਾਸ ਕਰਦਾ ਸੀ। ਉਸ ਦਾ ਮੰਨਣਾ ਸੀ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਇੱਕ ਦਿਨ ਸਵੇਰੇ ਰਾਜਕੁਮਾਰੀ ਨੂਰ ਬਗੀਚੇ ਵਿੱਚ ਫੁੱਲ ਤੋੜਨ ਦੇ ਲਈ ਗਈ। ਉਸ ਦੇ ਨਾਲ ਗੋਬਿੰਦ ਵੀ ਸੀ। ਨੂਰ ਦੇ ਹੱਥ ਵਿੱਚ ਚਾਂਦੀ ਦੀ ਟੋਕਰੀ ਸੀ ਤੇ ਉਹ ਫੁੱਲਾਂ ਨੂੰ ਤੋੜ ਕੇ ਟੋਕਰੀ ਵਿੱਚ ਪਾ ਰਹੀ ਸੀ। ਜਦੋਂ ਟੋਕਰੀ ਭਰ ਗਈ ਤਾਂ ਉਹ ਦੋਵੇਂ ਮਹਿਲ ਵੱਲ ਨੂੰ ਚੱਲ ਪਏ। ਵਾਪਸ ਜਾਂਦੇ ਸਮੇਂ ਉਹਨਾਂ ਨੂੰ ਇੱਕ ਬੁੱਢਾ ਦਿਖਾਈ ਦਿੱਤਾ। ਉਹ ਮਹਿਲ ਦੇ ਬਾਹਰ ਬੈਠਾ ਹੋਇਆ ਸੀ ਤੇ ਉਹਦੇ ਚਾਰੇ ਪਾਸੇ ਬਹੁਤ ਸਾਰੇ ਲੋਕ ਖੜੇ ਸੀ ਤੇ ਉਹ ਬੁੱਢਾ ਉਹਨਾਂ ਦੇ ਨਾਲ ਗੱਲਾਂ ਕਰ ਰਿਹਾ ਸੀ। ਗੋਬਿੰਦ, ਉਹ ਬੁੱਢਾ ਕੌਣ ਹੈ ਤੇ ਉੱਥੇ ਬੈਠਾ ਕੀ ਕਰ ਰਿਹਾ ਹੈ? ਰਾਜਕੁਮਾਰੀ ਨੂਰ ਨੇ ਪੁੱਛਿਆ। ਮੈਂ ਹੁਣੇ ਹੀ ਪਤਾ ਕਰਕੇ ਆਉਂਦਾ ਹਾਂ, ਗੋਬਿੰਦ ਨੇ ਕਿਹਾ। ਉਦੋਂ ਤੱਕ ਤੁਸੀਂ ਇੱਥੇ ਹੀ ਖੜੋ। ਉਹ ਕੁਝ ਕੁ ਮਿੰਟਾਂ ਵਿੱਚ ਵਾਪਸ ਆ ਗਿਆ ਤੇ ਰਾਜਕੁਮਾਰੀ ਨੂੰ ਕਹਿਣ ਲੱਗਾ ਕਿ ਉਹ ਬੁੱਢਾ ਇੱਕ ਜੋਤਿਸ਼ ਹੈ। ਉਹ ਕਹਿੰਦਾ ਹੈ ਕਿ ਮੈਂ ਕਿਸੇ ਨੂੰ ਵੀ ਇਹ ਦੱਸ ਸਕਦਾ ਹਾਂ ਕਿ ਉਸ ਦਾ ਵਿਆਹ ਕਿਹਦੇ ਨਾਲ ਹੋਵੇਗਾ। ਸੱਚੀ ਮੁੱਚੀ? ਰਾਜਕੁਮਾਰੀ ਨੇ ਹੈਰਾਨ ਹੋ ਕੇ ਪੁੱਛਿਆ। ਪਰ ਉਹ ਦੱਸਦਾ ਕਿਸ ਤਰ੍ਹਾਂ ਹੈ? ਗੋਬਿੰਦ ਨੇ ਕਿਹਾ ਕਿ ਉਹ ਘਾਹ ਦੇ 2 ਤਿਨਕੇ ਲੈਂਦਾ ਹੈ ਤੇ ਉਹਨਾਂ ਨੂੰ ਆਪਸ ਵਿੱਚ ਬੰਨ੍ਹ ਦਿੰਦਾ ਹੈ ਤੇ ਫਿਰ ਕਹਿੰਦਾ ਹੈ ਕਿ ਵਿਆਹ ਦੀ ਬ੍ਰਹਮਗੰਢ ਹੈ। ਤੂੰ ਫਿਰ ਬੁੱਢੇ ਦੇ ਕੋਲ ਜਾ ਤੇ ਪੁੱਛ ਕੇ ਆ ਕਿ ਮੇਰਾ ਵਿਆਹ ਕਿਸ ਦੇ ਨਾਲ ਹੋਵੇਗਾ, ਰਾਜਕੁਮਾਰੀ ਨੇ ਗੋਬਿੰਦ ਨੂੰ ਕਿਹਾ। ਤਾਂ ਗੋਬਿੰਦ ਬੋਲਿਆ, ਰਾਜਕੁਮਾਰੀ, ਐਸਾ ਕਰਨਾ ਬੁੱਧੀਮਾਨੀ ਨਹੀਂ ਹੋਵੇਗੀ। ਇਸ ਤਰ੍ਹਾਂ ਦੇ ਜੋਤਿਸ਼ ਲੋਕਾਂ ਨੂੰ ਖੁਸ਼ ਕਰਨ ਦੇ ਮਾਰੇ ਇਹੋ ਜਿਹਾ ਵਾਧੂ ਕੁਛ ਕਰਦੇ ਰਹਿੰਦੇ ਹਨ। ਇਹ ਉਹਨਾਂ ਦਾ ਰੋਜ਼ੀ ਕਮਾਉਣ ਦਾ ਧੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਕੋਲੋਂ ਸਾਨੂੰ ਬਚ ਕੇ ਹੀ ਰਹਿਣਾ ਚਾਹੀਦਾ ਹੈ। ਮੈਂ ਤੇਰੀ ਕੋਈ ਰਾਏ ਨਹੀਂ ਪੁੱਛੀ, ਰਾਜਕੁਮਾਰੀ ਨੇ ਆਕੜ ਕੇ ਕਿਹਾ। ਜੋ ਮੈਂ ਕਿਹਾ ਹੈ ਜਾ ਕੇ ਪੁੱਛ ਕੇ ਆ। ਠੀਕ ਹੈ ਰਾਜਕੁਮਾਰੀ, ਜੇ ਤੁਹਾਡੀ ਇਹੀ ਇੱਛਾ ਹੈ ਤਾਂ ਮੈਂ ਪੁੱਛ ਕੇ ਆਉਂਦਾ ਹਾਂ। ਗੋਬਿੰਦ ਇੱਕ ਵਾਰ ਫਿਰ ਬੁੱਢੇ ਦੇ ਕੋਲ ਜਾਂਦਾ ਹੈ ਤੇ ਰਾਜਕੁਮਾਰੀ ਉੱਥੇ ਖੜ ਕੇ ਉਸ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਹੈ। ਮੈਂ ਰਾਜ ਮਹਿਲ ਤੋਂ ਆਇਆ ਹਾਂ, ਗੋਬਿੰਦ ਨੇ ਉਸ ਬੁੱਢੇ ਦੇ ਕੰਨ ਵਿੱਚ ਕਿਹਾ, ਤੇ ਮੈਂ ਤੇਰੇ ਇਕੱਲੇ ਨਾਲ ਕੋਈ ਗੱਲ ਕਰਨੀ ਹੈ ਤਾਂ ਕਿ ਕੋਈ ਸਾਡੀ ਗੱਲਬਾਤ ਨਾ ਸੁਣ ਸਕੇ। ਬੁੱਢਾ ਗੋਬਿੰਦ ਦੇ ਨਾਲ ਇੱਕ ਪਾਸੇ ਚਲਾ ਗਿਆ ਤੇ ਬੋਲਿਆ, ਕੀ ਪੁੱਛਣਾ ਚਾਹੁੰਦਾ ਹੈ? ਤਾਂ ਗੋਬਿੰਦ ਨੇ ਬੁੱਢੇ ਨੂੰ ਕਿਹਾ ਕਿ ਰਾਜਕੁਮਾਰੀ ਨੂਰ ਇਹ ਜਾਣਨਾ ਚਾਹੁੰਦੀ ਹੈ ਕਿ ਉਸ ਦਾ ਵਿਆਹ ਕਿਸ ਦੇ ਨਾਲ ਹੋਵੇਗਾ। ਬੁੱਢੇ ਨੇ ਘਾਹ ਦੇ 2 ਤਿਨਕੇ ਚੁੱਕੇ ਤੇ ਉਹਨਾਂ ਦੀ ਆਪਸ ਵਿੱਚ ਗੰਢ ਬੰਨ੍ਹ ਦਿੱਤੀ। ਕੁਝ ਦੇਰ ਤੱਕ ਉਹ ਗੰਢ ਨੂੰ ਬੜੇ ਹੀ ਧਿਆਨ ਦੇ ਨਾਲ ਦੇਖਦਾ ਰਿਹਾ ਤੇ ਫਿਰ ਗੋਬਿੰਦ ਦੇ ਵੱਲ ਦੇਖ ਕੇ ਮੁਸਕਰਾਉਣ ਲੱਗਾ ਤੇ ਫਿਰ ਬੋਲਿਆ ਕਿ ਰਾਜਕੁਮਾਰੀ ਦਾ ਵਿਆਹ ਤੇਰੇ ਨਾਲ ਹੋਵੇਗਾ। ਉਸਨੇ ਕਿਹਾ, ਕੀ ਮੇਰੇ ਨਾਲ? ਮੈਂ ਤਾਂ ਉਹਨਾਂ ਦਾ ਨੌਕਰ ਹਾਂ। ਗੋਬਿੰਦ ਦੌੜ-ਭੌਰ ਹੋ ਗਿਆ ਤੇ ਬੋਲਿਆ ਕਿ ਤੇਰੀ ਗੱਲ ਬਿਲਕੁਲ ਗਲਤ ਤੇ ਝੂਠੀ ਹੈ। ਮੇਰੀ ਗੱਲ ਕਦੇ ਗਲਤ ਹੋ ਹੀ ਨਹੀਂ ਸਕਦੀ। ਬੁੱਢੇ ਨੇ ਕਿਹਾ ਕਿ ਤੂੰ ਹੀ ਉਸ ਦਾ ਹੋਣ ਵਾਲਾ ਪਤੀ ਹੈ। ਗੋਬਿੰਦ ਭਾਰੀ ਕਦਮਾਂ ਦੇ ਨਾਲ ਮਹਿਲ ਵੱਲ ਚੱਲ ਪਿਆ। ਕੀ ਹੋਇਆ? ਨੂਰ ਨੇ ਉਸਨੂੰ ਦੇਖਦੇ ਹੀ ਪੁੱਛਿਆ। ਜੋਤਿਸ਼ ਨੇ ਕੀ ਕਿਹਾ ਹੈ? ਰਾਜਕੁਮਾਰੀ, ਗੋਬਿੰਦ ਗੰਭੀਰ ਹੋ ਕੇ ਬੋਲਿਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਐਸੇ ਜੋਤਿਸ਼ ਕਦੇ ਸੱਚ ਨਹੀਂ ਦੱਸਦੇ। ਇਹ ਜੋਤਿਸ਼ ਨੇ ਐਸੀ ਬੁਰੀ ਗੱਲ ਦੱਸੀ ਹੈ ਜੋ ਮੈਂ ਤੁਹਾਨੂੰ ਕਹਿ ਨਹੀਂ ਸਕਦਾ। ਜੋਤਿਸ਼ ਨੇ ਚਾਹੇ ਜੋ ਵੀ ਕਿਹਾ ਏ ਤੈਨੂੰ ਦੱਸਣਾ ਹੀ ਪਵੇਗਾ। ਰਾਜਕੁਮਾਰੀ, ਮੈਂ ਨਹੀਂ ਦੱਸ ਸਕਦਾ, ਗੋਬਿੰਦ ਨੇ ਕਿਹਾ ਕਿ ਉਸਨੇ ਇੰਨੀ ਬੁਰੀ ਗੱਲ ਕਹੀ ਹੈ ਕਿ ਮੈਂ ਉਸਨੂੰ ਆਪਣੀ ਜ਼ੁਬਾਨ ਉੱਤੇ ਵੀ ਲੈ ਕੇ ਨਹੀਂ ਆ ਸਕਦਾ। ਇਹ ਮੇਰਾ ਹੁਕਮ ਹੈ, ਤੈਨੂੰ ਜੋ ਬੁੜੇ ਨੇ ਕਿਹਾ ਏ ਤੈਨੂੰ ਦੱਸਣਾ ਹੀ ਪਵੇਗਾ। ਠੀਕ ਹੈ ਰਾਜਕੁਮਾਰੀ, ਜੇ ਇਹ ਤੁਹਾਡਾ ਹੁਕਮ ਹੈ ਫਿਰ ਤਾਂ ਮੈਨੂੰ ਮੰਨਣਾ ਹੀ ਪਵੇਗਾ। ਗੋਬਿੰਦ ਨੇ ਕਿਹਾ ਕਿ ਜੋਤਿਸ਼ ਨੇ ਦੱਸਿਆ ਹੈ ਕਿ ਤੁਹਾਡਾ ਵਿਆਹ ਮੇਰੇ ਨਾਲ ਹੋਵੇਗਾ। ਕੀ ਬਦਤਮੀਜੀ ਹੈ ਇਹ? ਤੇਰੀ ਹਿੰਮਤ ਕਿਵੇਂ ਪੈ ਗਈ ਮੈਨੂੰ ਇਹ ਗੱਲ ਕਹਿਣ ਦੀ? ਰਾਜਕੁਮਾਰੀ ਨੂਰ ਗੋਬਿੰਦ ਉੱਤੇ ਬਰਸ ਪਈ ਤੇ ਉਹ ਗੁੱਸੇ ਵਿੱਚ ਆਪਣਾ ਆਪਾ ਖੋ ਬੈਠੀ ਤੇ ਉਸਨੇ ਫੁੱਲਾਂ ਨਾਲ ਭਰੀ ਹੋਈ ਟੋਕਰੀ ਗੋਬਿੰਦ ਦੇ ਮੱਥੇ ਵਿੱਚ ਦੇ ਮਾਰੀ ਤੇ ਪੈਰ ਪਟਕਦੀ ਹੋਈ ਮਹਿਲ ਵੱਲ ਨੂੰ ਚੱਲ ਪਈ। ਟੋਕਰੀ ਗੋਬਿੰਦ ਦੇ ਮੱਥੇ ਵਿੱਚ ਲੱਗੀ ਤੇ ਉਸਦੇ ਮੱਥੇ ਉੱਤੇ ਜ਼ਖਮ ਹੋ ਗਿਆ ਤੇ ਖੂਨ ਵਹਿਣ ਲੱਗਾ। ਰਾਜਕੁਮਾਰੀ ਦੀ ਇਸ ਹਰਕਤ ਉੱਤੇ ਉਸ ਨੂੰ ਵੀ ਗੁੱਸਾ ਆ ਗਿਆ ਤੇ ਉਹ ਕਹਿਣ ਲੱਗਾ ਕਿ ਜੇ ਤੂੰ ਰਾਜਕੁਮਾਰੀ ਹੋਵੇਂਗੀ ਤਾਂ ਆਪਣੇ ਘਰ ਹੋਵੇਂਗੀ। ਤੇਜ਼ੀ ਨਾਲ ਚੱਲਦੀ ਹੋਈ ਰਾਜਕੁਮਾਰੀ ਵੱਲ ਦੇਖ ਕੇ ਉਸਨੇ ਕਿਹਾ, ਪਰ ਤੈਨੂੰ ਕੋਈ ਹੱਕ ਨਹੀਂ ਹੈ ਮੇਰੀ ਬੇਇੱਜ਼ਤੀ ਕਰਨ ਦਾ। ਨੂਰ ਦੇ ਤੋੜੇ ਹੋਏ ਫੁੱਲ ਚਾਰੇ ਪਾਸੇ ਖਿਲਰ ਗਏ ਤੇ ਚਾਂਦੀ ਦੀ ਟੋਕਰੀ ਇੱਕ ਪਾਸੇ ਲੁੜਕ ਗਈ। ਗੋਬਿੰਦ ਨੇ ਟੋਕਰੀ ਚੁੱਕੀ ਤੇ ਬਗੀਚੇ ਵਿੱਚੋਂ ਬਾਹਰ ਨਿਕਲ ਗਿਆ। ਹੁਣ ਕਦੇ ਵੀ ਫਿਰ ਇਸ ਦਾ ਮੂੰਹ ਨਹੀਂ ਦੇਖਾਂਗਾ, ਉਹ ਘਰ ਵੱਲ ਜਾਂਦੇ ਜਾਂਦੇ ਮਨ ਹੀ ਮਨ ਸੋਚ ਰਿਹਾ ਹੈ। ਤੇ ਫਿਰ ਉਸਦੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਇਹ ਗੱਲ ਉਸਨੇ ਰਾਜੇ ਨੂੰ ਦੱਸ ਦਿੱਤੀ ਤਾਂ ਰਾਜਾ ਕਿਤੇ ਉਸਨੂੰ ਕੈਦ ਹੀ ਨਾ ਕਰ ਦੇਵੇ ਜਾਂ ਉਸਨੂੰ ਫਾਂਸੀ ਨਾ ਦੇ ਦੇਵੇ। ਉਹ ਚੱਲਦਾ ਚੱਲਦਾ ਆਪਣੇ ਆਪ ਨੂੰ ਤੇ ਕਿਸਮਤ ਨੂੰ ਕੋਸਣ ਲੱਗਾ ਤੇ ਪਰਮਾਤਮਾ ਨੂੰ ਕਹਿਣ ਲੱਗਾ ਕਿ ਬਚਪਨ ਤੋਂ ਹੀ ਮੇਰੇ ਮਾਤਾ ਪਿਤਾ ਤੂੰ ਮੇਰੇ ਤੋਂ ਖੋਹ ਲਏ। ਮੈਂ ਰੁਲਦਾ ਖੁਲਦਾ ਪਲਿਆ ਹਾਂ, ਭਾਵੇਂ ਹੀ ਮੈਂ ਰੋਟੀ ਅੱਧੀ ਖਾਨਾ ਹਾਂ, ਪਰ ਮੈਂ ਕਦੇ ਤੇਰਾ ਨਾਮ ਨਹੀਂ ਭੁੱਲਿਆ। ਮੈਂ ਸੋਚਦਾ ਸੀ ਤੂੰ ਕਦੇ ਨਾ ਕਦੇ ਮੇਰੀ ਗਰੀਬੀ ਕੱਟੇਗਾ। ਮੇਰੀ ਇੰਨੇ ਸਾਲਾਂ ਦੀ ਭਗਤੀ ਦਾ ਫਲ ਤੂੰ ਮੈਨੂੰ ਅਮੀਰੀ ਤੇ ਸੁਖਮਈ ਜ਼ਿੰਦਗੀ ਦੇ ਕੇ ਦੇਵੇਂਗਾ, ਪਰ ਤੂੰ ਤਾਂ ਮੇਰੇ ਪੱਲੇ ਜੋ ਕੱਖਾਂ ਦੀ ਕੁੱਲੀ ਸੀ ਉਹ ਵੀ ਖੋਹ ਲਈ। ਵਾਹ, ਤੇਰਾ ਕੀ ਇਨਸਾਫ ਹੈ। ਅਮੀਰਾਂ ਨੂੰ ਤਾਂ ਤੂੰ ਕੁਝ ਕਰ ਨਹੀਂ ਸਕਦਾ ਤੇ ਗਰੀਬਾਂ ਦੀ ਫੱਟੀ ਪੋਚੀ ਤੁਰਿਆ ਆਉਣਾ ਏ। ਜੇ ਮੇਰੇ ਫਟੇ ਹਾਲ ਹੀ ਰਹਿਣੇ ਹਨ ਤਾਂ ਫਿਰ ਤੈਨੂੰ ਮੰਨਣ ਦਾ ਵੀ ਕੀ ਫਾਇਦਾ ਏ? ਜਾ, ਅੱਜ ਤੋਂ ਨਹੀਂ ਮੰਨਦਾ ਮੈਂ ਤੈਨੂੰ। ਆਪਣੇ ਮਨ ਵਿੱਚ ਖਿਆਲਾਂ ਦੀ ਉਧੇੜ ਬੁਣ ਲੈ ਕੇ ਉਹ ਚੱਲਦਾ ਚਲਿਆ ਜਾ ਰਿਹਾ ਸੀ। ਫਿਰ ਉਸਨੇ ਸੋਚਿਆ ਕਿ ਮੈਨੂੰ ਇਸ ਰਾਜ ਨੂੰ ਛੱਡ ਕੇ ਜਾਣ ਵਿੱਚ ਹੀ ਭਲਾਈ ਹੈ। ਪਾਸੇ ਜਾ ਕੇ ਕੋਈ ਨਾ ਕੋਈ ਹੋਰ ਕੰਮ ਕਰ ਲਵਾਂਗਾ।
ਪਰ ਮਰਨ ਜਾਂ ਕੈਦ ਹੋਣ ਤੋਂ ਤਾਂ ਬਚ ਜਾਵਾਂਗਾ। ਉਸਨੇ ਫਟਾਫਟ ਘਰ ਜਾ ਕੇ ਆਪਣੇ ਭਾਂਡੇ ਟਿੰਡੇ ਚੁੱਕੇ ਤੇ ਵਿਦੇਸ਼ ਯਾਤਰਾ ਦੇ ਲਈ ਚੱਲ ਪਿਆ। ਮੱਥੇ ਤੇ ਲੱਗੀ ਸੱਟ ਦੇ ਕਾਰਨ ਉਸਨੇ ਸਿਰ ਉੱਤੇ ਪੱਟੀ ਬੰਨ੍ਹ ਲਈ। ਉਹ ਕਈ ਦਿਨ ਤੱਕ ਪੈਦਲ ਯਾਤਰਾ ਕਰਦਾ ਰਿਹਾ। ਚਲਦੇ ਚਲਦੇ ਉਹ ਇੱਕ ਦੂਜੇ ਰਾਜ ਵਿੱਚ ਪਹੁੰਚ ਗਿਆ। ਉਸ ਰਾਜ ਦੇ ਲੋਕ ਕੋਈ ਤਿਉਹਾਰ ਵਾਂਗੂ ਮਨਾ ਰਹੇ ਸੀ। ਸਾਰਿਆਂ ਨੇ ਚੰਗੇ ਚੰਗੇ ਵਧੀਆ ਕੱਪੜੇ ਪਹਿਨ ਰੱਖੇ ਸੀ। ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਸਾਰੇ ਖੁਸ਼ ਨਜ਼ਰ ਆ ਰਹੇ ਸੀ। ਇੱਥੇ ਬੜੀ ਚਹਿਲ ਪਹਿਲ ਦਿਖਾਈ ਦੇ ਰਹੀ ਹੈ। ਗੋਬਿੰਦ ਨੇ ਇੱਕ ਲੜਕੇ ਨੂੰ ਪੁੱਛਿਆ, ਇਹ ਸਭ ਕਿਹੜੀ ਖੁਸ਼ੀ ਵਿੱਚ ਹੋ ਰਿਹਾ ਏ? ਤੈਨੂੰ ਪਤਾ ਨਹੀਂ ਹੈ? ਲੜਕੇ ਨੇ ਜਵਾਬ ਦਿੱਤਾ ਕਿ ਅੱਜ ਸਾਡੇ ਨਵੇਂ ਰਾਜੇ ਦਾ ਚੁਣਾਵ ਹੋਣ ਵਾਲਾ ਏ। ਤੇ ਲੜਕੇ ਦੀ ਗੱਲ ਸੁਣ ਕੇ ਗੋਬਿੰਦ ਨੇ ਇਸ ਦੇ ਬਾਰੇ ਸਭ ਕੁਝ ਜਾਣਨ ਦੀ ਇੱਛਾ ਨੂੰ ਪ੍ਰਗਟ ਕੀਤਾ। ਇਸ ਦੇਸ਼ ਦੇ ਰਾਜੇ ਦੀ ਹੁਣੇ ਹੀ ਮੌਤ ਹੋਈ ਹੈ, ਇਹ ਲੜਕੇ ਨੇ ਉਸ ਨੂੰ ਦੱਸਿਆ, ਤੇ ਉਹ ਮਰਨ ਤੋਂ ਪਹਿਲਾਂ ਇਹ ਹੁਕਮ ਦੇ ਗਏ ਸੀ ਕਿ ਅਗਲੇ ਰਾਜੇ ਦਾ ਚੁਣਾਵ ਇੱਕ ਹਾਥੀ ਕਰੇਗਾ। ਅੱਜ ਉਹ ਹਾਥੀ ਨਵਾਂ ਰਾਜਾ ਚੁਣਨ ਵਾਲਾ ਹੈ। ਇਹੀ ਵਜ੍ਹਾ ਹੈ ਕਿ ਇੰਨੇ ਸਾਰੇ ਸਰਦਾਰ ਤੇ ਰਾਜਕੁਮਾਰ ਇਸ ਨਗਰ ਵਿੱਚ ਆਏ ਹਨ। ਆਓ ਆਪਾਂ ਵੀ ਦੇਖਣ ਲਈ ਚੱਲਦੇ ਹਾਂ, ਮਜ਼ਾ ਆਵੇਗਾ। ਫਿਰ ਗੋਬਿੰਦ ਵੀ ਉਸ ਲੜਕੇ ਦੇ ਨਾਲ ਉਸ ਜਗ੍ਹਾ ਤੇ ਚਲਾ ਗਿਆ ਜਿੱਥੇ ਹਾਥੀ ਨੇ ਰਾਜੇ ਨੂੰ ਚੁਣਨਾ ਸੀ। ਉਸ ਜਗ੍ਹਾ ਤੇ ਲੋਕਾਂ ਦੀ ਬਹੁਤ ਭੀੜ ਸੀ। ਕਈ ਰਾਜਕੁਮਾਰ ਤੇ ਸਰਦਾਰ ਤਿਆਰ ਖੜੇ ਸੀ। ਉਹਨਾਂ ਵਿੱਚ ਹਰੇਕ ਨੂੰ ਇਹ ਉਮੀਦ ਸੀ ਕਿ ਹਾਥੀ ਉਹਨਾਂ ਵਿੱਚੋਂ ਹੀ ਇੱਕ ਰਾਜਕੁਮਾਰ ਨੂੰ ਚੁਣੇਗਾ। ਥੋੜੀ ਦੇਰ ਬਾਅਦ ਵਾਜਿਆਂ ਗਾਜਿਆਂ ਦੇ ਨਾਲ ਸ਼ਾਹੀ ਹਾਥੀ ਦਾ ਪ੍ਰਵੇਸ਼ ਹੋਇਆ। ਉਹ ਇੱਕ ਵੱਡੇ ਵੱਡੇ ਦੰਦਾਂ ਵਾਲਾ ਸ਼ਾਨਦਾਰ ਹਾਥੀ ਸੀ ਤੇ ਇਸ ਖਾਸ ਮੌਕੇ ਦੇ ਲਈ ਬੜੀ ਹੀ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਸੀ। ਤੇ ਹਾਥੀ ਦੀ ਸੁੰਡ ਵਿੱਚ ਇੱਕ ਹਾਰ ਸੀ ਜੋ ਉਸਨੇ ਦੇਖ ਪਰਖ ਕੇ ਉਸ ਕਿਸਮਤ ਵਾਲੇ ਇਨਸਾਨ ਨੂੰ ਪਾਉਣਾ ਸੀ ਜੋ ਉਸ ਦੇਸ਼ ਦਾ ਭਾਵੀ ਰਾਜਾ ਬਣਨ ਵਾਲਾ ਸੀ। ਹਾਥੀ ਹੌਲੀ ਹੌਲੀ ਅੱਗੇ ਚੱਲਣ ਲੱਗਾ। ਉਸਨੇ ਹਰੇਕ ਨੂੰ ਬੜੇ ਹੀ ਗੌਰ ਦੇ ਨਾਲ ਦੇਖਿਆ, ਪਰ ਕਿਸੇ ਦੇ ਵੀ ਗਲੇ ਵਿੱਚ ਹਾਰ ਨਹੀਂ ਪਾਇਆ। ਉਸਨੇ ਇੱਕ ਇੱਕ ਕਰਕੇ ਸਾਰੇ ਰਾਜਕੁਮਾਰ ਸਰਦਾਰਾਂ ਨੂੰ ਦੇਖਿਆ, ਪਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਰਾਜਾ ਨਹੀਂ ਚੁਣਿਆ। ਹੁਣ ਉਹ ਰਾਜਕੁਮਾਰਾਂ ਨੂੰ ਪਿੱਛੇ ਛੱਡ ਕੇ ਉਸ ਪਾਸੇ ਹੋ ਗਿਆ ਜਿਸ ਪਾਸੇ ਸਧਾਰਨ ਲੋਕ ਖੜੇ ਸੀ। ਹਾਥੀ ਅਸਲੀ ਰਾਜਾ ਦੀ ਖੋਜ ਕਰ ਰਿਹਾ ਹੈ, ਕਿਸੇ ਨੇ ਆਵਾਜ਼ ਦਿੱਤੀ ਤਾਂ ਲੋਕਾਂ ਵਿੱਚ ਸਨਸਨੀ ਫੈਲ ਗਈ। ਉਹ ਸਭ ਮੂੰਹ ਨਾਲ ਪੁਚਕਾਰ ਕੇ ਹਾਥੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲੱਗੇ। ਹਰ ਕੋਈ ਹਾਥੀ ਦੇ ਕੋਲ ਜਾਣਾ ਚਾਹੁੰਦਾ ਸੀ, ਉਸ ਨੂੰ ਥਪਥ ਪਾਉਣਾ ਚਾਹੁੰਦਾ ਸੀ, ਪਰ ਹਾਥੀ ਸ਼ਾਨ ਦੇ ਨਾਲ ਚੱਲਦਾ ਰਿਹਾ। ਫਿਰ ਉਹ ਗੋਬਿੰਦ ਦੇ ਕੋਲ ਜਾ ਕੇ ਰੁਕਿਆ। ਉਸਨੇ ਗੋਬਿੰਦ ਨੂੰ ਬੜੇ ਹੀ ਗੌਰ ਦੇ ਨਾਲ ਦੇਖਿਆ। ਫਿਰ ਉਸਨੇ ਗੋਬਿੰਦ ਦੇ ਗਲੇ ਵਿੱਚ ਹਾਰ ਪਾ ਦਿੱਤਾ। ਗੋਬਿੰਦ ਦੇ ਗਲੇ ਵਿੱਚ ਹਾਰ ਪੈਂਦੇ ਹੀ ਨਗਾਰੇ ਵੱਜਣ ਲੱਗੇ। ਰਾਜ ਦੇ ਮੰਤਰੀ ਤੇ ਕਰਮਚਾਰੀਆਂ ਨੇ ਗੋਬਿੰਦ ਅੱਗੇ ਝੁੱਕ ਕੇ ਸਨਮਾਨ ਪ੍ਰਗਟ ਕੀਤਾ। ਗੋਬਿੰਦ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੂੰ ਲੱਗਿਆ ਕਿ ਉਹ ਜਿਵੇਂ ਕੋਈ ਸੁਪਨਾ ਦੇਖ ਰਿਹਾ ਹੋਵੇ। ਉਸ ਨੂੰ ਇਹ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਜੋ ਕੁਝ ਹੋ ਰਿਹਾ ਹੈ ਕੀ ਉਹ ਸੱਚ ਹੈ। ਉਸ ਤੋਂ ਬਾਅਦ ਗੋਬਿੰਦ ਨੂੰ ਉਸੇ ਹਾਥੀ ਉੱਤੇ ਬਿਠਾਇਆ ਗਿਆ ਜਿਸ ਨੇ ਉਸ ਨੂੰ ਰਾਜਾ ਚੁਣਿਆ ਸੀ। ਫਿਰ ਇੱਕ ਸ਼ਾਨਦਾਰ ਰੈਲੀ ਦੇ ਨਾਲ ਉਸ ਨੂੰ ਮਹਿਲ ਵਿੱਚ ਲੈ ਜਾਇਆ ਗਿਆ ਤੇ ਉੱਥੇ ਉਸ ਦਾ ਰਾਜ ਅਭਿਸ਼ੇਕ ਕੀਤਾ ਗਿਆ। ਤੇ ਫਿਰ ਰਾਜਾ ਗੋਬਿੰਦ ਆਪਣੀ ਜ਼ਿੰਦਗੀ ਵਧੀਆ ਸੁਖਮਈ ਤਰੀਕੇ ਦੇ ਨਾਲ ਜਿਉਣ ਲੱਗਾ। ਹੁਣ ਉਹ ਸ਼ਾਹੀ ਜ਼ਿੰਦਗੀ ਜਿਉਂਦਾ ਹੈ ਤੇ ਆਪਣੀ ਪੁਰਾਣੀ ਜ਼ਿੰਦਗੀ ਨੂੰ ਯਾਦ ਕਰਦਾ ਹੈ ਤੇ ਨਾਲ ਹੀ ਪਰਮਾਤਮਾ ਦਾ ਧੰਨਵਾਦ ਕਰਦਾ ਹੈ ਤੇ ਆਪਣੇ ਬੁਰਾ ਭਲਾ ਕਹਿਣ ਦੇ ਲਈ ਉਸ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਪਰਮਾਤਮਾ ਮੈਨੂੰ ਮਾਫ ਕਰੀ, ਮੈਂ ਤੇਰੀ ਰਮਜ਼ ਨੂੰ ਸਮਝ ਨਹੀਂ ਸਕਿਆ ਤੇ ਤੈਨੂੰ ਇੰਨਾ ਬੁਰਾ ਭਲਾ ਬੋਲਿਆ, ਪਰ ਤੂੰ ਮੈਨੂੰ ਧੱਕਾ ਹੀ ਐਸਾ ਮਾਰਿਆ ਸੀ ਕਿ ਮੈਂ ਸਾਰੇ ਦਾ ਸਾਰਾ ਹਿੱਲ ਗਿਆ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਤੇਰੇ ਇਸ ਧੱਕੇ ਦੇ ਨਾਲ ਮੇਰਾ ਬੇੜਾ ਪਾਰ ਹੋ ਜਾਵੇਗਾ ਤੇ ਮੈਂ ਰੰਕ ਤੋਂ ਰਾਜਾ ਬਣ ਜਾਵਾਂਗਾ। ਮੈਂ ਸਦਾ ਹੀ ਤੇਰਾ ਆਭਾਰੀ ਰਵਾਂਗਾ ਤੇ ਤੇਰੇ ਹੀ ਰਾਹ ਤੇ ਚੱਲਾਂਗਾ। ਗੋਬਿੰਦ ਇੱਕ ਨੇਕ ਦਿਲ ਰਾਜਾ ਸੀ। ਉਹ ਬਹੁਤ ਬੁੱਧੀਮਾਨ ਤੇ ਸਮਝਦਾਰ ਸ਼ਾਸਕ ਵੀ ਸੀ। ਉਸ ਦੀ ਪ੍ਰਜਾ ਉਸ ਦਾ ਬਹੁਤ ਸਨਮਾਨ ਕਰਦੀ ਸੀ, ਉਸ ਨੂੰ ਬਹੁਤ ਚਾਹੁੰਦੀ ਸੀ। ਬਹੁਤ ਜਲਦੀ ਇੱਕ ਚੰਗੇ ਮਹਾਨ ਸ਼ਾਸਕ ਦੇ ਰੂਪ ਵਿੱਚ ਉਸ ਦੀ ਕੀਰਤੀ ਦੂਰ ਦੂਰ ਤੱਕ ਫੈਲ ਗਈ। ਗੋਬਿੰਦ ਨੂੰ ਰਾਜਾ ਬਣੇ 1 ਸਾਲ ਹੋ ਗਿਆ ਸੀ। ਹੁਣ ਉਸ ਦੇ ਵਿਆਹ ਦਾ ਸਮਾਂ ਵੀ ਆ ਗਿਆ ਸੀ। ਰਾਜੇ ਨੇ ਇੱਕ ਨੇਕ ਵਰ ਦੀ ਖੋਜ ਵਿੱਚ ਅਨੇਕਾਂ ਜਗ੍ਹਾਵਾਂ ਤੇ ਆਪਣੇ ਰਾਜਦੂਤ ਭੇਜੇ। ਨੂਰ ਦੇ ਪਿਤਾ ਚਿੱਤਰਦੇਵ ਨੇ ਵੀ ਪ੍ਰਸਿੱਧ ਰਾਜਾ ਗੋਬਿੰਦ ਦੇ ਬਾਰੇ ਸੁਣਿਆ ਸੀ। ਉਹਨਾਂ ਦਿਨਾਂ ਵਿੱਚ ਉਹ ਵੀ ਨੂਰ ਦੇ ਲਈ ਇੱਕ ਯੋਗ ਵਰ ਦੀ ਖੋਜ ਕਰ ਰਹੇ ਸੀ। ਉਹਨਾਂ ਨੇ ਸੋਚਿਆ ਕਿ ਜੇਕਰ ਗੋਬਿੰਦ ਦੇ ਨਾਲ ਨੂਰ ਦਾ ਵਿਆਹ ਹੋ ਜਾਵੇ ਤਾਂ ਕਿੰਨਾ ਵਧੀਆ ਹੋਵੇਗਾ। ਉਹਨਾਂ ਨੇ ਰਾਜਾ ਗੋਬਿੰਦ ਦੇ ਕੋਲ ਵਿਆਹ ਦਾ ਸੰਦੇਸ਼ਾ ਭੇਜਿਆ ਤੇ ਗੋਬਿੰਦ ਰਾਜੀ ਹੋ ਗਿਆ ਤੇ ਫਿਰ ਨੂਰ ਤੇ ਰਾਜੇ ਗੋਬਿੰਦ ਦਾ ਵਿਆਹ ਪੂਰੀ ਧੂਮਧਾਮ ਨਾਲ ਕੀਤਾ ਗਿਆ। ਸਾਰਿਆਂ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਜਦੋਂ ਰਾਜਾ ਗੋਬਿੰਦ ਨੂਰ ਨੂੰ ਲੈ ਕੇ ਆਪਣੇ ਰਾਜ ਵਿੱਚ ਵਾਪਸ ਆਇਆ ਤਾਂ ਦੇਸ਼ ਭਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਲੋਕ ਆਪਣੀ ਨਵੀਂ ਰਾਣੀ ਨੂੰ ਪਾ ਕੇ ਬਹੁਤ ਪ੍ਰਸੰਨ ਸਨ। ਇੱਕ ਦਿਨ ਨੂਰ ਨੇ ਗੋਬਿੰਦ ਨੂੰ ਪੁੱਛਿਆ ਕਿ ਤੁਹਾਡੇ ਮੱਥੇ ਉੱਤੇ ਇਹ ਸੱਟ ਦਾ ਨਿਸ਼ਾਨ ਕੈਸਾ ਹੈ? ਇੰਨਾ ਵੱਡਾ ਜ਼ਖਮ ਜ਼ਰੂਰ ਹੀ ਕਿਸੇ ਲੜਾਈ ਦੇ ਮੈਦਾਨ ਵਿੱਚ ਹੋਇਆ ਹੋਵੇਗਾ। ਇਹ ਨਿਸ਼ਾਨ, ਗੋਬਿੰਦ ਨੇ ਮੁਸਕਰਾ ਕੇ ਕਿਹਾ, ਕਿ ਇਹ ਸਾਡੇ ਵਿਆਹ ਦਾ ਪਵਿੱਤਰ ਚਿੰਨ੍ਹ ਹੈ। ਮੈਂ ਤੁਹਾਡਾ ਮਤਲਬ ਨਹੀਂ ਸਮਝੀ, ਨੂਰ ਨੇ ਕਿਹਾ। ਸਾਫ਼-ਸਾਫ਼ ਦੱਸੋ। ਸਿੱਧੀ ਜਿਹੀ ਗੱਲ ਹੈ, ਗੋਬਿੰਦ ਨੇ ਕਿਹਾ, ਕਿ ਨਿਸ਼ਾਨ ਮੇਰੀ ਚੰਗੀ ਕਿਸਮਤ ਦੀ ਨਿਸ਼ਾਨੀ ਹੈ। ਇਸ ਨੇ ਹੀ ਮੈਨੂੰ ਰਾਜਾ ਬਣਾਇਆ ਹੈ ਤੇ ਤੇਰਾ ਪਤੀ ਬਣਾਇਆ ਹੈ। ਨੂਰ ਨੇ ਕਿਹਾ, ਮਹਾਰਾਜ ਤੁਸੀਂ ਇਹ ਕੀ ਬੁਝਾਰਤਾਂ ਪਾ ਰਹੇ ਹੋ? ਸਾਫ਼-ਸਾਫ਼ ਦੱਸੋ ਨਾ, ਇਹ ਸੱਟ ਤੁਹਾਨੂੰ ਕਿਵੇਂ ਲੱਗੀ ਹੈ? ਗੋਬਿੰਦ ਨੇ ਕਿਹਾ ਕਿ ਤੂੰ 2 ਮਿੰਟ ਰੁਕ, ਮੈਂ ਤੈਨੂੰ ਸਾਰੀ ਗੱਲ ਸਮਝਾਉਂਦਾ ਹਾਂ। ਇਹਨਾਂ ਕਹਿ ਕੇ ਗੋਬਿੰਦ ਕਮਰੇ ਵਿੱਚੋਂ ਬਾਹਰ ਗਿਆ ਤੇ ਥੋੜੀ ਦੇਰ ਬਾਅਦ ਚਾਂਦੀ ਦੀ ਉਹੀ ਟੋਕਰੀ ਲੈ ਕੇ ਨੂਰ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਯਾਦ ਕਰੋ ਇਹ ਕੀ ਹੈ। ਨੂਰ ਨੇ ਟੋਕਰੀ ਵੱਲ ਦੇਖਿਆ। ਪਹਿਲਾਂ ਤਾਂ ਉਹ ਕੁਝ ਉਲਝਣ ਵਿੱਚ ਪੈ ਗਈ, ਫਿਰ ਉਸ ਨੂੰ ਯਾਦ ਆਇਆ ਕਿ ਇਹ ਤਾਂ ਮੇਰੀ ਹੀ ਟੋਕਰੀ ਹੈ। ਤੇ ਫਿਰ ਨੂਰ ਨੇ ਗੋਬਿੰਦ ਦੇ ਵੱਲ ਬੜੇ ਹੀ ਗੌਰ ਦੇ ਨਾਲ ਦੇਖਿਆ ਤੇ ਕਿਹਾ, ਮੈਂ ਹੁਣ ਸਮਝੀ ਗੋਬਿੰਦ, ਤੁਸੀਂ ਉਹੀ ਗੋਬਿੰਦ ਹੋ। ਮੈਂ ਇਹ ਟੋਕਰੀ ਤੁਹਾਡੇ ਮੱਥੇ ਵਿੱਚ ਮਾਰੀ ਸੀ, ਮੈਨੂੰ ਮਾਫ ਕਰੋ, ਮੈਨੂੰ ਨਹੀਂ ਪਤਾ ਸੀ ਇਹ ਸੱਟ ਮੇਰੀ ਹੀ ਮਾਰੀ ਹੋਈ ਹੈ। ਉਸ ਦਿਨ ਮੈਂ ਤੁਹਾਡੇ ਨਾਲ ਬਹੁਤ ਬੁਰਾ ਵਰਤਾਅ ਕੀਤਾ ਸੀ, ਤੁਸੀਂ ਮੈਨੂੰ ਇਸ ਲਈ ਮਾਫ ਕਰ ਦਿਓਗੇ?
ਤਾਂ ਫਿਰ ਗੋਬਿੰਦ ਨੇ ਕਿਹਾ ਕਿ ਇਸ ਵਿੱਚ ਮਾਫੀ ਦੀ ਕੀ ਗੱਲ ਹੈ, ਟੋਕਰੀ ਮਾਰਨ ਦੇ ਲਈ ਤਾਂ ਮੈਨੂੰ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਹੈ। ਧੰਨਵਾਦ ਮੇਰਾ, ਪਰ ਕਿਸ ਲਈ? ਨੂਰ ਨੇ ਹੈਰਾਨ ਹੋ ਕੇ ਪੁੱਛਿਆ। ਤਾਂ ਫਿਰ ਗੋਬਿੰਦ ਨੇ ਕਿਹਾ, ਕਿਉਂਕਿ ਜੇਕਰ ਤੂੰ ਗੁੱਸੇ ਵਿੱਚ ਇਹ ਟੋਕਰੀ ਮੇਰੇ ਮੱਥੇ ਵਿੱਚ ਨਾ ਮਾਰਦੀ ਤਾਂ ਮੈਂ ਅੱਜ ਵੀ ਤੇਰੇ ਮਹਿਲ ਵਿੱਚ ਨੌਕਰ ਹੁੰਦਾ, ਤੇ ਜੇਕਰ ਤੇਰੇ ਮਹਿਲ ਵਿੱਚ ਹੁੰਦਾ ਤਾਂ ਫਿਰ ਅੱਜ ਰਾਜਾ ਨਾ ਬਣਦਾ, ਤੇ ਜੇਕਰ ਰਾਜਾ ਨਾ ਬਣਦਾ ਤਾਂ ਤੇਰੇ ਨਾਲ ਵਿਆਹ ਕਿਸ ਤਰ੍ਹਾਂ ਕਰਾਉਂਦਾ। ਕੈਸੀ ਅਨੋਖੀ ਗੱਲ ਹੈ, ਨੂਰ ਨੇ ਕਿਹਾ ਕਿ ਆਖਿਰਕਾਰ ਉਸ ਬੁੱਢੇ ਜੋਤਿਸ਼ ਦੀ ਗੱਲ ਸੱਚ ਹੋ ਹੀ ਗਈ। ਦੋਸਤੋ, ਰਾਜੇ ਗੋਬਿੰਦ ਦੀ ਤਰ੍ਹਾਂ ਸਾਨੂੰ ਵੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਧੱਕੇ ਵੱਜਦੇ ਹਨ ਤੇ ਅਸੀਂ ਬਹੁਤ ਵਾਰ ਹਿੱਲ ਵੀ ਜਾਂਦੇ ਹਾਂ, ਪਰ ਜੇਕਰ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਹੈ ਤੇ ਤੁਹਾਡੀ ਨੀਅਤ ਸਾਫ਼ ਹੈ ਤਾਂ ਉਸ ਖੁਦਾ ਦੇ ਬੁਰਾ ਕਰਨ ਵਿੱਚ ਵੀ ਤੁਹਾਡਾ ਭਲਾ ਹੀ ਛੁਪਿਆ ਹੋਵੇਗਾ। ਦੋਸਤੋ, ਦੁੱਖ ਹਨੇਰੇ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਬਾਅਦ ਸਵੇਰਾ ਹੋਣਾ ਹੀ ਹੁੰਦਾ ਹੈ। ਬਸ ਲੋੜ ਹੈ ਦ੍ਰਿੜ ਵਿਸ਼ਵਾਸ ਰੱਖਣ ਦੀ, ਸਭ ਕੁਝ ਚੰਗਾ ਹੀ ਹੋਵੇਗਾ। ਸੋ ਦੋਸਤੋ, ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।